ਹਾਂਜੀ ਸਾਰੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਵੀ। ਮੇਰੀ ਆਵਾਜ਼ ਪ੍ਰੋਪਰ ਵੇ ਚ ਤੁਹਾਡੇ ਤੱਕ ਪਹੁੰਚ ਰਹੀ ਹੈ ਨਾ? ਫਟਾਫਟ ਦੱਸੋ ਵੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਹਾਂਜੀ ਸਾਰਿਆਂ ਦਾ ਪੰਜਾਬ ਸਟੱਡੀ ਗਰੁੱਪ ਦੇ ਆਨਲਾਈਨ ਪਲੇਟਫਾਰਮ ਤੇ ਸਵਾਗਤ ਹੈ। ਫਟਾਫਟ ਸਾਰੇ ਜਣੇ ਲਾਈਵ ਆ ਜਾਓ ਵੀ ਫਟਾਫਟ। ਹਾਂਜੀ ਗੌਰਵ ਜੀ ਓਕੇ ਆਵਾਜ਼ ਆ ਰਹੀ ਹੈ। ਭੁਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਾਰੇ ਬੱਚੇ ਲਾਈਵ ਆ ਜਾਓ ਵੀ। ਇੱਕ ਗੱਲ ਦੱਸੋ ਬਈ, ਜੇ ਸ਼ਨੀਵਾਰ ਨੂੰ ਸਾਰੇ ਬੱਚਿਆਂ ਨੇ ਘੱਟ ਹੀ ਆਉਣਾ ਹੁੰਦਾ ਹੈ ਤਾਂ ਫਿਰ ਆਪਾਂ ਕਲਾਸ ਦਾ ਸੈਸ਼ਨ ਰੱਖਿਆ ਹੀ ਨਾ ਕਰੀਏ ਨਾ। ਹਾਂਜੀ ਗੌਰਵ ਜੀ ਸਤਿ ਸ਼੍ਰੀ ਅਕਾਲ ਵੀ। ਸੁਪਿੰਦਰ ਜੋਲ ਜੀ ਸਤਿ ਸ਼੍ਰੀ ਅਕਾਲ। ਅੰਗਰੇਜ਼ ਸਿੰਘ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਬਹੁਤ ਹੱਥ ਜੋੜ ਕੇ ਜੀ। ਹਾਂਜੀ ਪਰਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ। ਦੀਪ ਗਗਨ ਜੀ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਪਾਂ ਰੀਜਨਿੰਗ ਦਾ ਟੌਪਿਕ ਖਤਮ ਕਰਨਾ ਚਾਹੁੰਦੇ ਹਾਂ। ਅੱਜ ਦਾ ਆਪਾਂ ਟੌਪਿਕ ਦਾ ਨਾਮ ਸੀਗਾ ਆਪਣਾ ਚੱਲ ਰਿਹਾ ਵਰਡ ਸਬਸਟੀਟਿਊਟ ਕੋਡ, ਜਿਹਦੇ ਵਿੱਚ ਮੈਂ ਜਾਂਦੇ ਜਾਂਦੇ ਕੁਝ ਕੁਐਸਚਨ ਤਰੀਕੇ ਦੱਸ ਕੇ ਗਿਆ ਸੀਗਾ ਔਰ ਤੁਹਾਨੂੰ ਮੈਂ ਘਰੋਂ ਕਰਨ ਵਾਸਤੇ ਕੁਐਸਚਨ ਦਿੱਤੇ ਸੀਗੇ। ਜੇ ਗਾਈਜ਼ ਤੁਹਾਡੇ ਵਿੱਚੋਂ ਕੋਈ ਵੀ ਅੱਜ ਜੇ ਕੁਐਸਚਨ ਨਹੀਂ ਕਰਕੇ ਲਿਆਇਆ ਨਾ ਤਾਂ ਸਹੁੰ ਰੱਬ ਦੀ ਕਿ ਮੈਂ ਅੱਜ ਕਲਾਸ ਨਹੀਂ ਲਊਂਗਾ। ਇਹ ਮੇਰਾ ਵਾਅਦਾ ਹੈ। ਜੇ ਤੁਹਾਡੇ ਕਿਸੇ ਦੇ ਵੀ ਆਨਸਰ ਨਹੀਂ ਆਏ ਫਟਾਫਟ, ਮਤਲਬ ਜਿਹੜੇ ਮੈਂ ਤੁਹਾਨੂੰ ਦਿੱਤੇ ਸੀ ਕਰਨ ਵਾਸਤੇ, ਤਾਂ ਇਸ ਕਰਕੇ ਫਿਰ ਮੈਂ ਕਲਾਸ ਨਹੀਂ ਲਊਂਗਾ, ਕਿਉਂਕਿ ਜਦੋਂ ਤੁਸੀਂ ਆਊਟਪੁੱਟ ਹੀ ਨਹੀਂ ਦੇ ਰਹੇ ਤੇ ਫਿਰ ਮੈਨੂੰ ਇਨਪੁੱਟ ਦਾ ਇੰਨਾ ਮਜ਼ਾ ਨਹੀਂ ਆ ਰਿਹਾ। ਕੀਤੇ ਹੈ ਸਾਰਿਆਂ ਨੇ, ਕੀਤੇ ਹੈ ਤਾਂ ਮਜ਼ਾ ਆ ਜਾਏਗਾ। ਚਲੋ ਜੀ ਫਸਟ ਕੁਐਸਚਨ ਦਾ ਆਨਸਰ ਕੀ ਆਇਆ ਫਟਾਫਟ ਦੱਸੋ। ਫਸਟ ਕੁਐਸਚਨ ਦਾ ਆਨਸਰ ਕੀ ਆਇਆ ਐਂਡ ਸੈਕੰਡ ਕੁਐਸਚਨ ਦਾ ਆਨਸਰ ਕੀ ਆਇਆ? ਭੁਪਿੰਦਰ ਸਿੰਘ ਜੀ ਮੈਂ ਨਹੀਂ ਕੀਤੇ। ਜੇ ਭੁਪਿੰਦਰ ਸਿੰਘ ਜੀ ਨਹੀਂ ਕੀਤੇ ਨਾ, ਇੱਕ ਕੰਮ ਕਰੋ, ਜਿੱਥੇ ਤੁਸੀਂ ਕਲਾਸ ਲਾ ਰਹੇ ਹੋ ਉੱਥੇ ਖੜੇ ਹੋ ਤੇ ਮੁਰਗਾ ਬਣ ਜਾਓ। ਯੈਸ ਇਸ ਕੁਐਸਚਨ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਮੈਂ, ਧਿਆਨ ਨਾਲ ਦੇਖਿਓ। ਪੋਰਟਰ ਨੂੰ ਮੈਂ ਕਿਹਾ ਸੀ ਜਦੋਂ ਇਹੋ ਜਿਹੇ ਕੁਐਸਚਨ ਆਏ ਹੋਣ ਤਾਂ ਆਹੀ ਅੱਖਰ ਇਹਦੇ ਵਿੱਚ ਹੁੰਦੇ ਨੇ। ਹਾਂਜੀ ਹਾਂਜੀ ਮੈਂ ਕਰਾਤੇ ਸੀ, ਮੈਨੂੰ ਉੱਤਰ ਦੱਸੋ ਨਾ। ਮੈਂ ਤੇ ਦੋ ਤਿੰਨ ਹੀ ਕਰਾਈ, ਜ਼ਿਆਦਾ ਕਰਾਈ ਨਹੀਂ ਸੀ ਮੈਂ। ਯੈਸ ਆਰ ਦਾ ਮਤਲਬ ਹੈ ਇੱਥੇ ਐਨ, ਯਾਨੀ ਪਹਿਲਾ ਅੱਖਰ ਐਨ ਹੋਏਗਾ। ਈ ਦਾ ਮਤਲਬ ਹੈ ਇੱਥੇ ਕਿਊ, ਯਾਨੀ ਦੂਜਾ ਅੱਖਰ ਕਿਊ ਹੋਏਗਾ। ਫਿਰ ਉਸ ਤੋਂ ਬਾਅਦ ਆਰ ਦਾ ਅੱਖਰ, ਫਿਰ ਦੇਖੋ ਆਰ ਦਾ ਅੱਖਰ ਇੱਥੇ ਕੀ ਹੈ ਐਨ, ਆਪਣੇ ਤੋਂ ਪੀ ਚਾਹੀਦਾ ਹੈ। ਪੀ ਦਾ ਅੱਖਰ ਕੀ ਹੈ ਐਮ, ਯਾਨੀ ਐਨ ਕਿਊ ਐਮ ਜਿੱਥੇ ਹੈ ਉਹ ਆਪਣਾ ਆਨਸਰ ਹੋਏਗਾ। ਇੱਥੇ ਨਹੀਂ ਹੈ, ਇੱਥੇ ਨਹੀਂ ਹੈ, ਇੱਥੇ ਜ਼ਰੂਰ ਹੈ ਐਨ ਕਿਊ ਐਮ, ਐਨ ਕਿਊ ਐਮ। ਉਸ ਤੋਂ ਬਾਅਦ ਓ ਦਾ ਅਪੋਜ਼ਿਟ ਕੀ ਹੈ, ਓ ਦਾ ਬੀ ਦੇ ਰੱਖਿਆ ਜੀ। ਇੱਥੇ ਬੀ ਹੈ ਲੇਕਿਨ ਇੱਥੇ ਨਹੀਂ ਹੈ, ਆ ਵੀ ਕੱਟ ਗਿਆ। ਆਨਸਰ ਕੀ ਆਏਗਾ? ਏ ਆਪਸ਼ਨ, ਏ ਆਪਸ਼ਨ। ਸਟੋਵ ਦੀ ਗੱਲ ਆਪਾਂ ਨੂੰ ਪਤਾ ਹੈ, ਸਟੋਵ ਆਪਾਂ ਨੂੰ ਪਤਾ ਇਹਨੇ ਵਾਟਸ ਲਿਖਤਾ, ਸੇਮ ਉਹਦਾ ਉਲਟਾ ਕਰਤਾ। ਚਲੋ ਜੀ ਵੀ ਦਾ ਲਿੰਕ ਕੀ ਹੈ? ਵੀ ਦਾ ਹੈ ਜੀ ਐਲ। ਓ ਦਾ ਕੀ ਹੈ? ਓ ਦਾ ਬੀ, ਐਲ ਬੀ। ਟੀ ਦਾ ਕੋਡ ਕੀ ਹੈ? ਐਨ, ਐਲ ਬੀ ਐਨ, ਐਲ ਬੀ ਐਨ, ਠੀਕ ਹੈ ਜੀ। ਈ ਦਾ ਕੋਡ ਕੀ ਹੈ? ਕੇ, ਐਲ ਬੀ ਐਨ ਕੇ ਆ ਰਿਹਾ ਜੀ, ਐਲ ਬੀ ਐਨ ਕੇ। ਯੈਸ ਔਰ ਨੋ? ਆਪਸ਼ਨ ਨੰਬਰ ਏ। चलो जी एक कोड में इनकॉर्पोरेट को आ क्या जाता है, प्लैनेट नू आ क्या जाता है, तो मोल्टन नू की कवांगे। अपने को देखो एम आ रहा, ओ आ रहा, उस तो बाद एल, एल भी देखो आ रहा, टी किथे है? टी आ रहा, ई किथे है? आ रहा, और एन किथे है? एन 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 आ रहा।
है ना। तो बस ये चकने सीगे, फटाफट उत्तर दसो। क्वेश्चन नंबर तीजे का बी उत्तर आया, बहुत वधिया भी, बहुत वधिया। एम का कोड आएगा डी, डी तो शुरू होएगा, बिल्कुल जी, डी तो शुरू होएगा, और कोई भी अक्षर डी तो शुरू नहीं हो रहा, बिल्कुल। सैपरेशन चौथे दे विच देखो, सैपरेशन एस, सब तो पहला अक्षर एस है, एस कित्थे है इहदे विच आ रहा, आपां नूं पता है 1 2 3 4 5वां छठा अक्षर एस है, तो 1 2 3 4 5 छठा अक्षर की है जे, यानी जे तो शुरू होएगा, आ कट गया, आ कट गया। हुण जे तो बाद देखो इत्थे भी एफ है, इत्थे भी एफ है, आपां नूं तीजा अक्षर चेक कर लेना है। तीजा अक्षर इन्हें पूछा पी, और पी का मतलब की है एक्स, ਇਹਦਾ मतलब है ਇਹਦਾ ऑप्शन आएगा सी, बिल्कुल जी बिल्कुल सही जवाब है सारे का। यस नैक्सट दसो मैनू, पंजवां छठा ते सतवें का आंसर की आएगा। पंजवें छठे ते सतवें का आंसर की आएगा, फटाफट। बहुत वधिया प्रविंदर जी, बहुत वधिया भी, बिल्कुल सही जवाब दिता भी प्रविंदर कौर ने। क्वेश्चन नंबर पंजवें दे विच जिहड़ा आंसर आएगा वो आएगा जी सी, बिल्कुल सही। छठे दे विच आएगा जी, क्वेश्चन छठे दे विच आएगा बी, और फिर तो सतवें दे विच आएगा सी, बिल्कुल जी बिल्कुल। देखो जेड़े परविंदर कौर वांगू आंसर नहीं दे रहे, ਇਹਦਾ मतलब है उन्होंने घरों जाके क्वेश्चन नहीं किए। जेड़े परविंदर कौर वांगू उत्तर नहीं दे रहे, ਇਹਦਾ मतलब उन्होंने घरों नहीं किए क्वेश्चन, नाल दी नाल कर रहे ने। चलो जी 8th और 9th का उत्तर दसो फटाफट, 8th और 9th। 8th और 9th, बहुत वधिया भी परविंदर। एक ही बच्चा इहो जिहा ਜਿਹੜਾ सही उत्तर दे रहा है सही तरीके नाल। क्वेश्चन 8 और क्वेश्चन 9 एक ही थां ते लिख के उत्तर दे रहा है, बाकी तो फटाफट लगे हुए आ बस। यस 8th का आंसर आएगा जी बी, बिल्कुल सही जवाब, और 9th का आएगा ए, बिल्कुल भी बहुत सही। चलो जी 10th और 11th, बिल्कुल दीप गगन जी, डी और बी, बिल्कुल डी और बी। क्वेश्चन नंबर 10 का आएगा डी, और क्वेश्चन नंबर 11 का आएगा बी। चलो जी 12 और 13 दसो। 12 और 13, 12 और 13, बिल्कुल भी ए और सी, बिल्कुल सही जवाब, ए और सी। नेक्स्ट, हाँ जी अगे दसो 14 ते 15। 14 ते 15,
बिल्कुल भी, बहुत वधिया भी, सी और ए, सी और ए, गुड। चलो जी, फिर मैं लास्ट ਵਿੱਚ ਤੁਹਾਨੂੰ ਆ ਵੀ क्वेश्चन ਦਿੱਤੇ ਸੀਗੇ, चलो ਇਹਨਾਂ ਨੂੰ भी करते हैं। हाँ जी, पंजवां छठा ते सतवां, 5th 6th ते 7th, फटाफट जवाब दे दो। 5th 6th एंड 7th। यस, ਆਪਾਂ ਨੂੰ ਪੁੱਛਿਆ ਕੀ ਗਿਆ ਹੈ, व्यक्ति के रक्त, रक्त मतलब खून, खून का रंग कैसा होता है, व्यक्ति के रक्त यानी खून का रंग होता है जी लाल, तो लाल नू की किया गया है, लाल नू पीला किया गया है, की किया गया है, पीला, बिल्कुल भाई सही जवाब, पीला बी आएगा पंजवें दे विच। छठा देखो, इन्हें क्या भी कपड़े धोण वास्ते किहदा प्रयोग करते हैं, तो कपड़े धोण वास्ते नैचुरल जी गल है, आपां साबुन का प्रयोग करते हैं ना, तो स्याही अपना उत्तर आएगा सी, यानी छठे दे विच सी आएगा। फिर इन्हें क्या भी आसमान का रंग कैसा होता है, तो आसमान का रंग आपा जो देखा जाए तो आप कहेंगे आसमानी होता है ना, तो आसमानी नू की किया गया है, देखा जाए तो नीला क्या, नारंगी किया गया है, की किया गया है, नारंगी। सतवें दे विच डी उत्तर दोगे, की दोगे, सतवें दे उत्तर डी दे रहे हो, कई बच्चे सतवें का सी दे रहे ने, पीला दे रहे ने, यानी वो आसमान का रंग लाल समझ रहे ने, लाल। अरे बई थोड़ा ध्यान ना, भी मैनू पता है कई बच्चे उत्तर गलत दे रहे ने, वो एवें ना करो बई, मैं किन्नी वारी दस चुकिया, इधरों इधर नहीं जाना भरावों, आपां नू पता है पीले नू आसमानी किया गया है, आपां नू तो आसमानी नू दसना की किया गया है, आसमानी नू नारंगी किया गया है, तो अपना आंसर नारंगी आ जाएगा, डी आ जाएगा, डी। थोड़ा ध्यान नाल बई, थोड़ा ध्यान नाल। अगला क्वेश्चन, बादल नू सफेद किया जाए, सफेद नू वर्षा किया जाए, इन्हें क्या पक्षी कित्थे उड़ते हैं, तो आपां नू पता है भी पक्षी तो आकाश में उड़ते हैं, बदलों में है ना, आप ये कहांगे एक बार तो भी आप कहांगे जे आप कहिए नॉर्मल पक्षी कहाँ उड़ते हैं, तो आप कहांगे सब तो पहला आकाश में, आकाश लभो, आकाश तो है ही नहीं। हुण दो उत्तर आ गए भी पक्षी कित्थे उड़ते आ, पक्षी एक तो बदलों में उड़ते आ, तो एक आप कह देना सर हवा में भी उड़ सकते हैं। हुण दसो उत्तर की आएगा, अठवें दे विच, अठवें दे विच की आएगा, तुहानू ऑप्शन देखने की लोड़ है भी आपां नू पता है हवा च भी उड़ते हैं तो बदलों में भी उड़ते रहे, हवा नू नीला किया गया है, नीला इत्थे किते है कि नहीं है, इसका मतलब है अपना हवा वाला उत्तर गलत हो गया। बदल नू की किया गया है, सफेद, सफेद ऑप्शन नंबर सी, दैट्स आउट। आ गया ना समझ। हुण कईयां दे मन च ये आएगा कि सर नीला भी दिता हुंदा फिर भैया फिर दोनों विचों उत्तर कढना औखा हुंदा है, क्योंकि आपां नू पता है हवा विच भी उड़ते हैं तो बदलों में भी उड़ते हैं। अगे जी, दूध का रंग कैसा होता है, दूध का रंग होता है जी सफेद, तो सफेद नू की किया गया है, आसमानी, ऑप्शन नंबर ए, 9th में ए आ जाएगा। 10 नंबर, प्यास लगने पर क्या पिएंगे, प्यास लगने पर पानी पिएंगे, लेकिन पानी नू की किया गया, हवा, इसका मतलब हवा पीवांगे, प्यास लगने पर क्या पिएंगे, हवा पिएंगे, हवा। 10वें दे विच बी आएगा, बहुत वधिया। आ रहा है ना समझ में सारे नू। चलो जी, हुण ध्यान नाल देखियो बई, जिन्ने भी कैंडीडेट बैठे ने, जे किसी ने उत्तर लिख के भेजता इहदा तो भैया मैं उन्होंने डिस्कुआलीफाई कर दूंगा इस क्लास के विचों। सो ध्यान नाल इस क्वेश्चन नू पहला सीखियो मैं किवें करवा रहा वां। सारे जने रेडी हो, एक बारी रेडी का निशान ला दो, फटाफट फटाफट रेडी का निशान ला दो सारे जने। गुड परविंदर कौर, बहुत वधिया। यस, एक बार रेडी का निशान, ठीक है जी। देखो सारे जने ध्यान नाल, ਇਹਦੇ ਵਿੱਚ ਕੀ ਹੁੰਦਾ, ਆਪਾਂ ਨੂੰ ਐਵੇਂ ਕਿਹਾ ਜਾਏਗਾ ਵੀ ਕਿਸੇ सांकेतिक कूट भाषा ਦੇ ਵਿੱਚ ਆਪਾਂ ਨੂੰ ਟਿਮ ਨਾ ਸੋਪ ਨੂੰ ਕਮ ਐਂਡ ਗੋ ਕਹਿੰਦੇ ਆ, ਨਾ ਟਾ ਰੋਡ ਨੂੰ ਯੂ ਓਨਲੀ ਕਮ ਕਹਿੰਦੇ ਆ, ਟੋਡ ਸੋਪ ਨੂੰ ਦੇ ਗੋ ਕਹਿੰਦੇ ਆ, ਤਾਂ ਕਮ ਨੂੰ ਕੀ ਕਵਾਂਗੇ। ਇਸ ਤਰੀਕੇ ਦੇ ਨਾਲ ਆਪਾਂ ਨੂੰ ਕੁਐਸਚਨ ਪੁੱਛਿਆ ਹੋਏਗਾ। ਜਦੋਂ ਵੀ ਇਹੋ ਜਿਹਾ ਕੁਐਸਚਨ ਪੇਪਰ ਦੇ ਵਿੱਚ ਆਵੇ ਤਾਂ ਸਭ ਤੋਂ ਪਹਿਲਾਂ ਦੇਖੋ ਡਾਇਰੈਕਟ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ, ਆਪਾਂ ਨੂੰ
कम किन्नू किया जाऊगा। की पूछा गया है कम किन्नू किया जाएगा। तुसी सब तो पहला देखो आ रहा कम है ना, यानी पहली लाइन दे विच कम है। फिर देखो दूजी लाइन दे विच भी कम है या नहीं है, हाँ जी हैगा जी, हैगा ना। ਇਹਦਾ ਭਾਵ ਇਹ ਹੋ ਗਿਆ ਵੀ ਜਿਹਦੇ ਬਾਰੇ ਪੁੱਛਿਆ ਹੋਇਆ ਹੈ ਉਹ ਜਿਹੜਾ ਕਮ ਹੈ ਉਹ ਪਹਿਲੀ ਤੇ ਦੂਜੀ ਲਾਈਨ ਦੇ ਵਿੱਚ ਹੈਗਾ ਹੈ। ਯੈਸ ਔਰ ਨੋ, ਹੈਗਾ ਹੈ ਜਾਂ ਨਹੀਂ, ਹੈਗਾ ਹੈ। ਤਾਂ ਆਪਾਂ ਨੂੰ ਇਹੀ ਦੇਖਣਾ ਹੈ ਵੀ ਕਮ ਤੇ ਕਮ ਦੋਨਾਂ ਦੇ ਵਿੱਚ ਸੇਮ ਹੈ। ਅੱਗੇ ਦੇਖੋ ਵੀ ਕਮ ਔਰ ਕਮ, ਤਾਂ ਆਪਾਂ ਨੂੰ ਪਤਾ ਹੈ ਦੇਖੋ ਕਮ ਤੋਂ ਬਾਅਦ ਲਿਖਿਆ ਹੋਇਆ ਹੈ ਐਂਡ, ਇੱਥੇ ਲਿਖਿਆ ਹੈ ਗੋ, ਇੱਥੇ ਲਿਖਿਆ ਯੂ, ਇੱਥੇ ਲਿਖਿਆ ਓਨਲੀ। ਇਹਦਾ ਮਤਲਬ ਇਹ ਹੋਇਆ ਵੀ ਪਹਿਲੀ ਔਰ ਦੂਜੀ ਲਾਈਨ ਦੇ ਵਿੱਚ ਸਿਰਫ ਕਮ ਇਹੋ ਜਿਹਾ ਵਰਡ ਹੈ ਜਿਹੜਾ ਕਾਮਨ ਹੈ, ਕਮ ਇਹੋ ਜਿਹਾ ਵਰਡ ਹੈ ਜਿਹੜਾ ਕਾਮਨ ਹੈ। ਤਾਂ ਤੁਸੀਂ ਲੱਭੋ ਇਹਦੇ ਵਿੱਚ ਹੀ ਇਸ ਲਾਈਨ ਦਾ, ਇਹਦੇ ਵਿੱਚ ਇਸ ਲਾਈਨ ਦਾ ਕਾਮਨ ਵਰਡ ਕਿਹੜਾ ਤੁਹਾਨੂੰ ਦਿਖ ਰਿਹਾ ਹੈ। ਟਿਮ ਨਹੀਂ ਹੈ ਜੀ, ਨਾ, ਨਾ ਹੈਗਾ ਜੀ, ਆ ਦੇਖੋ ਨਾ ਆ ਰਿਹਾ, ਨਾ ਆ ਰਿਹਾ। ਤੇ ਇਹਦਾ ਮਤਲਬ ਇਹ ਹੋਇਆ ਵੀ ਕਮ ਦਾ ਜਿਹੜਾ ਕੋਡ ਹੋਇਆ ਉਹ ਕਿਹੜਾ ਹੋ ਜਾਏਗਾ, ਨਾ ਹੋ ਜਾਏਗਾ। ਕੀ ਹੋ ਜਾਏਗਾ, ਨਾ ਹੋ ਜਾਏਗਾ। ਪਹਿਲੀ ਚੀਜ਼ ਸਮਝ ਆਈ ਕਿ ਨਹੀਂ ਆਈ, ਇਹ ਦੱਸੋ ਮੈਨੂੰ ਪਹਿਲਾਂ ਕਿ ਜਦੋਂ ਜਿਹੜਾ ਵਰਡ ਪੁੱਛਿਆ ਹੋਵੇ ਜੇ ਉਹ ਕਾਮਨ ਹੋਵੇ ਤਾਂ ਫਿਰ ਆਪਾਂ ਨੂੰ ਇਹੀ ਦੇਖਣਾ ਹੈ ਵੀ ਇਹਦੇ ਜਿਹੜੇ ਆ ਦੇ ਰੱਖੇ ਨੇ ਕੋਡ ਇਹਨਾਂ ਵਿੱਚ ਵੀ ਕਾਮਨ ਹੀ ਹੋਏਗਾ ਕੋਈ ਨਾ ਕੋਈ। ਆ ਚੀਜ਼ ਕਲੀਅਰ ਹੋਈ ਸਾਰਿਆਂ ਨੂੰ। फटाफट दसो भी। इन्नी चीज क्लियर हुई कि नहीं हुई। अगला देखो, अगला इन्हें पूछया समर दा कोड की होएगा, समर दा है ना। लभो पहला इस लाइन दे विच समर नहीं है, इस लाइन दे विच समर है, इस लाइन दे विच थल्ले वाली च नहीं है। हुण देखो ध्यान नाल, उन्हें आपां नूं समर दा कोड पुछया, पहला वाले च तो पुछया सी कम और दोनों च कॉमन सीगा, इस करके आपां इधर कॉमन लभ्या। लेकिन हुण समर जिहड़ा है वो कल्ला पिया है, होर किते भी समर नहीं है। ਤਾਂ ਤੁਹਾਨੂੰ ਇਹਨਾਂ ਦਾ ਪਤਾ ਲੱਗ ਗਿਆ ਵੀ ਸਮਰ ਇਸ ਲਾਈਨ ਦੇ ਵਿੱਚ ਪਿਆ ਹੈ ਤੇ ਉੱਤਰ ਤਾਂ ਇਹਨਾਂ ਤਿੰਨਾਂ ਚੋਂ ਕੋਈ ਇੱਕ ਹੈ, ਇਹਨਾਂ ਤਿੰਨਾਂ ਚੋਂ ਕੋਈ ਇੱਕ ਹੈ। ਇਹ ਗੱਲ ਸ਼ੋਰ ਹੋ ਗਈ, ਯੈਸ ਔਰ ਨੋ, ਵੀ ਸਮਰ ਜੇ ਇਸ ਲਾਈਨ 'ਤੇ ਪਿਆ ਹੈ ਤੇ ਉੱਤਰ ਇਹਨਾਂ ਤਿੰਨਾਂ ਚੋਂ ਕੋਈ ਇੱਕ ਹੋਏਗਾ। ਯਾਨੀ 2 ਹੋ ਸਕਦਾ ਹੈ, ਹਾਂਜੀ ਨਿਕ ਹੋ ਸਕਦਾ ਹੈ ਜੀ, ਬਟ ਇਹ ਸ਼ੋਰ ਹੈ ਪਿਕ ਨਹੀਂ ਹੋਏਗਾ। ਇੱਥੋਂ ਤੱਕ ਸਮਝ ਆ ਗਿਆ। ਹੁਣ ਦੇਖੋ ਜਦੋਂ ਆਪਾਂ ਨੂੰ ਸਮਰ ਦਾ ਉੱਤਰ ਦੱਸਣਾ ਹੈ ਨਾ ਤਾਂ ਆਪਾਂ ਕੀ ਕਰਾਂਗੇ ਵੀ ਸਮਰ ਦੇ ਜਿਹੜੇ ਸਾਥੀ ਨੇ, ਜਿਹੜੇ ਸਮਰ ਦੇ ਮਿੱਤਰ ਨੇ, ਜਦੋਂ ਆਪਾਂ ਨੂੰ ਸਮਰ ਕਾਮਨ ਨਾ ਮਿਲੇ ਉਦੋਂ, ਜਦੋਂ ਆਹ ਵਾਲਾ ਵਰਡ ਕਾਮਨ ਨਾ ਮਿਲੇ ਤਾਂ ਉਹਦੇ ਜਿਹੜੇ ਮਿੱਤਰ ਨੇ, ਫਰੈਂਡ ਨੇ, ਉਹਨਾਂ ਨੂੰ ਫੜੋ। ਇਜ ਆ ਰਿਹਾ, ਇਜ ਉੱਪਰ ਹੈ, ਠੀਕ ਹੈ ਜੀ ਕੋਈ ਦਿੱਕਤ ਨਹੀਂ। ਇਹਦਾ ਇੱਕ ਹੋਰ ਮਿੱਤਰ ਦੇਖੋ, ਹੋਟ ਆ ਰਿਹਾ, ਹੋਟ ਆ ਰਿਹਾ। ਇਹਦਾ ਮਤਲਬ ਇਹ ਹੋਇਆ ਵੀ ਸਮਰ ਦੇ ਜਿਹੜੇ ਮਿੱਤਰ ਨੇ, ਸਮਰ ਦੇ ਜਿਹੜੇ ਮਿੱਤਰ ਨੇ, ਜਿਹੜੇ ਫਰੈਂਡ ਨੇ, ਉਹ ਉੱਪਰ ਵੀ ਨੇ ਤੇ ਥੱਲੇ ਵੀ ਨੇ। ਇਹਦਾ ਭਾਵ ਇਹ ਹੋ ਗਿਆ ਕਿ ਟੂ, ਨਿਕ ਔਰ ਆਰਕ, ਇਹਨਾਂ ਦੇ ਵਿੱਚੋਂ ਕੋਈ ਵੀ ਦੋ ਵਰਡ ਇਹੋ ਜਿਹੇ ਹੋਣਗੇ ਜਿਹੜੇ ਉੱਪਰ ਥੱਲੇ ਤੁਹਾਨੂੰ ਮਿਲ ਜਾਣਗੇ। ਦੇਖੋ ਨਿਕ ਆ ਰਿਹਾ, ਨਿਕ ਆ ਰਿਹਾ ਹੈ ਨਾ। ਉਸ ਤੋਂ ਬਾਅਦ ਵਿੱਚ ਦੇਖੋ ਆਰਕ ਆ ਰਿਹਾ, ਆਰਕ ਆ ਰਿਹਾ। ਯਾਨੀ ਇਸ ਪੂਰੀ ਲਾਈਨ ਦੇ ਵਿੱਚ ਆਪਣੇ ਕੋਲੇ ਕੀ ਬਚ ਗਿਆ, 2 ਬਚ ਗਿਆ। ਕੀ ਬਚ ਗਿਆ, 2 ਬਚ ਗਿਆ। ਇਹਦਾ ਮਤਲਬ ਇਹ ਹੋ ਗਿਆ ਕਿ ਸਮਰ ਦਾ ਕੋਡ ਕੀ ਹੈ, 2 ਹੈ। ਸਮਰ ਦਾ ਕੋਡ ਕੀ ਹੈ, 2 ਹੈ। ਇੰਨੀ ਗੱਲ ਸਮਝ ਆਈ ਕਿ ਨਹੀਂ ਆਈ, ਇਹ ਦੱਸੋ ਬਈ। ਕਦੀ ਵੀ ਇਸ ਪ੍ਰਸ਼ਨ ਦੇ ਵਿੱਚ ਇਹ ਨਾ ਕਹਿ ਦਿਓ ਕਿ ਸਰ ਜੀ ਪਹਿਲੇ ਵਾਲੇ ਦਾ ਕੋਡ ਪਹਿਲੇ ਵਾਲਾ ਹੈ, ਦੂਜੇ ਵਾਲੇ ਦਾ ਕੋਡ ਦੂਜੇ ਵਾਲਾ ਹੈ ਤੇ ਤੀਜੇ ਵਾਲੇ ਦਾ ਕੋਡ ਤੀਜੇ ਵਾਲਾ ਹੈ। ਐਵੇਂ ਦਾ ਕਦੀ ਨਹੀਂ ਹੋਏਗਾ। ਆ ਦੇਖੋ ਇੱਥੇ ਇਜ ਪਿਆ ਸੈਕਿੰਡ ਤੇ, ਲੇਕਿਨ ਕੋਡ ਕਿਹੜਾ ਆ, ਤੀਜੇ ਨੰਬਰ ਤੇ। समझ आया कि नहीं आया भी। एक बारी फिर तो रिपीट कर रहा मैं, देखो ध्यान नाल। अपने कोले पूछया कम, आपां सब तो पहला ये देखांगे भी जेड़ा क्वेश्चन पूछया होया वो कॉमन तो नहीं है। हाँ जी कम
कम। हुण देखो कम दे जिहड़े मित्र ने एंड और गो थल्ले इत्थे नहीं है, इत्थे भावें होवे भावें ना होवे, आपां नूं तां पता है, आपां नूं पता है कम मिल गया कॉमन। जदों कम कॉमन मिल गया तो इन्हां दोनां लाइनां दे विच कॉमन किहड़ा सीगा जी ना, अपना उत्तर की आ गया ना। उसी तरह इत्थे देखो जदों इन्हें समर पूछया आपां समर लभ्या लेकिन समर आपां नूं कल्ला लभ्या, तां आपां नूं इह तां श्योर हो गया भी इस लाइन दे विच ही उत्तर आएगा। हुण जिहड़े इहदे मित्र ने ਉਹ ਕੱਟੇ ਚੱਲੋ बस, इज आ रहा इज आ रहा, होट आ रहा होट आ रहा। ਇਹਦਾ मतलब है ਇਹਦੀ ਇਸ ਲਾਈਨ ਦੇ ਵਿੱਚ ਦੋ ਅੱਖਰ ਇਹੋ ਜਿਹੇ ਹੋਣਗੇ ਜਿਹੜੇ ਉੱਪਰ ਥੱਲੇ ਹੋਣਗੇ, ਤਾਂ ਨਿਕ ਦੇ ਨਾਲ ਨਿਕ ਕੱਟ ਗਿਆ, ਆਰਕ ਦੇ ਨਾਲ ਆਰਕ ਕੱਟ ਗਿਆ। ਇਸ ਲਾਈਨ ਦੇ ਵਿੱਚ ਬਚਿਆ ਕੀ 2। ਆ ਗਿਆ ਮਜ਼ਾ? ਦੱਸੋ ਬਈ, ਮਜ਼ਾ ਆ ਗਿਆ? ਚਲੋ ਜੀ ਹੁਣ 21 ਨੰਬਰ ਕੁਐਸਚਨ ਤੁਹਾਡੇ ਵਾਸਤੇ ਹੈ, ਦੇਖਦੇ ਹਾਂ ਵੀ ਤੁਸੀਂ ਫਟਾਫਟ ਕਰਦੇ ਹੋ ਜਾਂ ਕਿਵੇਂ ਕਰਦੇ ਹੋ। ਮੈਂ ਦੇਖੋ ਤੁਹਾਨੂੰ ਬਿਨਾਂ ਕੁਝ ਕੀਤੇ ਸਿਖਾਇਆ, ਮੈਂ ਤੁਹਾਨੂੰ ਇਹ ਚੀਜ਼ ਸਿਖਾਈ ਹੈ ਵੀ ਫਟਾਫਟ ਕਿਵੇਂ ਕਰ ਸਕਦੇ ਹੋ। बस भी अपनी सिलेबस के अकॉर्डिंग रीजनिंग खत्म होने वाली है, तुहानू पता है ना, सिलेबस के अकॉर्डिंग अपनी रीजनिंग खत्म होने वाली है। इस तो बाद आप करांगे वेन डायग्राम, आ टॉपिक आज खत्म हो जाएगा अपना, और वेन डायग्राम तो बाद करांगे एनालॉजी ते क्लासीफिकेशन, ठीक है जी। और जो एनालॉजी क्लासीफिकेशन और आ चीज़ा खत्म तो फिर आप उस तो बाद करांगे 2 या 3 टेस्ट जिहड़े तुहाडे सिलेबस तो रिलेटेड है। चलो जी संडे की गल आ रही है, किहदी गल आ रही है? संडे की। हुण देखो संडे कल है ही, आपां नूं पता ही है। चलो जी संडे आ रहा, हुण देखो संडे होर किते है कि किते भी नहीं है, ਇਹਦਾ मतलब उत्तर इन्हां तिन्नां चों कोई एक होएगा। यस या नो? उत्तर इन्हां तिन्नां चों कोई एक होएगा। SKI हो सकता है, RPS हो सकता है, आ हो सकता है, लेकिन आ नहीं होएगा। अगे चलो जी। हुण संडे बारे पूछया तो संडे का मित्र कौन है? नाइस। एक तो नाइस आ रहा, होर किते है नाइस? देखो नाइस आ रहा, ठीक है जी, आद कॉमन मिल गया अपन। अगे चलो संडे का मित्र एक है मॉर्निंग, मॉर्निंग आ रहा तो मॉर्निंग आ रहा, ਇਹਦਾ मतलब है संडे कल्ला ही पिया है, संडे कल्ला ही पिया है। तो हुण देखो SKI आ रहा, छड़ दो, इनू कट दो। RPS आ लो जी कट दो। अपने कोले की बच रहा है? देखो इत्थे TRI बच रहा है, ਇਹਦਾ मतलब उत्तर की आएगा? TRI। बहुत वधिया भी। दसो भी समझ आया कि नहीं आया? फटाफट दसो तरीका किवें लग्या। भी तुहानू कुछ भी नहीं करना, बस तुहानू 2 ही गल्लां याद रखनियां भी जेड़ा क्वेश्चन पूछया होया है जे तो वो कॉमन है फिर तो कॉमन वाला आंसर होएगा, जे वो कॉमन नहीं है तो ओदे जेड़े मित्र ने, ओदे जेड़े फ्रेंड्स ने, उन्हां नू देख लो भी वो कॉमन है या नहीं। दैट्स ऑल। चलो जी 22 ते 23 नंबर करो, देखते हैं। यस टाइम सेविंग बिल्कुल, नहीं तो उवें आपां की करदे हुन्ने आ, शुरू तो लग जाने सॉल्व करन। ਉਹ मैं तो बहुत सही करवा रहा पर तुसी पढ़ नहीं रहे बच्चों, अज मेरा दिल टुट गया ऐसी दस रहा। तुसी मैनू मेरे बर्थडे का तोहफा देता अज, वैसे मैनू यह महसूस होंदा सीगा भी हाँ तुसी पढ़ रहे हो, एक एक चीज़ नू नोट कर रहे हो, याद कर रहे हो। यस 22 नंबर क्वेश्चन में देखो की पूछा इन्हें क्या वर्किंग का दसो। वर्किंग आपां नू पता है, पहला देखो वर्किंग कित्थे लभो। देखो वर्किंग एदे विच भी है, वर्किंग एदे विच भी है ते वर्किंग एदे विच भी है, यानी तिन्ना दे विच कॉमन है। लभो तिन्ना दे विच कॉमन। अल्फा नहीं है जी, बीटा, बीटा एदे विच नहीं है, फिर
PHI आ रहा, PHI आ रहा, PHI आ रहा, गल खत्म। आ गया ना। पर एक बार ये गल ध्यान रखना सारे जने, ये गल सारे जने याद रखियो कि वर्किंग तो तिना दे विच है, कोई होर वर्ड तिना विच तो नहीं है। चेक कर लो पहला, इज आ रहा, ये नहीं है इज, ठीक है जी, गल खत्म, बस गल खत्म। कदी कदी ये भी हो सकता है कि तिना दे विच रकम आ जाए, उदों पंगा पै जाएगा। हाँ जी, थैंक यू भूपेंद्र जी, थैंक यू गौरव जी, थैंक यू प्रिंस। 23 नंबर क्वेश्चन देखो हुण, 23 नंबर जिहड़ा क्वेश्चन है उस देखो, इन्हें पूछा एप्पल, ठीक है जी। एप्पल देखो कित्थे है, एप्पल आ रहा, होर किते भी एप्पल है नहीं है जी। ਇਹਦਾ मतलब उत्तर इन्हां तिन्नां दे विचों कोई एक होएगा। हुण आपां की लभना है, आपां लभना है बस एप्पल दे मित्र, इज ग्रीन है ना, इज आ रहा, इज आ रहा, ग्रीन आ रहा, ग्रीन आ रहा, कट गए ना सारे। चलो जी, NAE NAE, उस तो बाद विच टॉम आ रहा, टॉम आ रहा, अपने कोले की बचा है, पिट, ਇਹਦਾ मतलब है पिट उत्तर आएगा। बहुत वधिया भी, बहुत वधिया। हाँ जी प्रविंदर कौर जी, थैंक यू। भूपेंद्र सिंह जी, पता की हुंदा है, एक गल दसदा देखो, सुनी चलो सारे जने, की होया एक स्टूडेंट सीगा, सुनी चलो सारे जने, एक स्टोरी है, भूपेंद्र जी ने दस्या, इस करके मैं दसना पऊगा मैनू। ਉਹਦਾ एग्जाम सीगा, ठीक है, ਉਹਨੇ एग्जाम तो 6 महीने पहला, मैं कहना ਉਹਨੇ ਵੱਟ ਕੱਢਤੇ ਤਿਆਰੀ ਦੇ, हर तैयारी की उन्हें, हर पेपर ਨੂੰ ਢੰਗ ਨਾਲ पढ़ लिया, वो पेपर थोड़ा जिहा अगे चला गया, ठीक है जी, पेपर अगे चला गया, उन्हें सोचा भी यार मेरी तैयारी तो फुल हैगी आ, मैं नहीं पढ़ता, उन्हें की किया, पढ़ना बंद कर दिता, और उन्हें सोचा भी हाँ पेपर के लागे जे जाके मैं थोड़ा जिहा होर पढ़ लूँगा। पेपर की डेट आ गई, वो लागे जाके पढ़न लग गया, लेकिन वो कुछ कंसैप्ट इहो ਜਿਹੇ ਸੀ ਜਿਹੜੇ भुल गया। पेपर होया, पेपर दे विच 1 नंबर तो रह गया, 1.5 नंबर तो रह गया, 2 नंबर तो रह गया, क्यों? रीजन उन्हें तैयारी करना छड्डता सी। ਉਹੀ रीजन है कि तुसी 10 वारी तुहानू क्या मैं लिखण वास्ते, तुसी 10 वारी लिखिया, मैं नहीं पूछया, लेकिन जदों मैं 11वीं वारी पूछया, तुहानू 11वीं वारी भी वो चीज़ करनी पैनी सी, क्योंकि टीचर नू ये नहीं चाहिए भी तुसी काम कर रहे हो कि नहीं कर रहे, टीचर नू ये चाहिए भी जिद्दन मैं पूछा उदन तुहाडा आंसर आना चाहिए है, ठीक है ना, ये गल याद रखियो। चलो जी, 24 ते 25 नंबर करो, 24 ते 25 नंबर करो भी। PB31 जी, कैलेंडर में कराता, क्लोक नहीं करावांगा, क्योंकि सिलेबस च नहीं है, वो लास्ट में देखांगे। यस, वैरी का कोड पूछा, कि कोड पूछा, वैरी, पहला वैरी लभो, आ रहा जी वैरी, एक कला ही पिया है, ये मित्र स्टडी आ रहा, स्टडी आ रहा, हार्ड आ रहा, हार्ड आ रहा, यदा मतलब है उत्तर तो ये ही आएगा। हुण सिर्फ तुसीं देखो भी कॉमन किहड़ा है, 7 किते नहीं है, 8 आ रहा जी, 6 आ रहा जी, यदा मतलब 7 किते नहीं है, उत्तर आ गया 7, बस गल खत्म, क्योंकि जे वैरी किते नहीं है तो 7 भी किते नहीं है। 25 नंबर देखो, ब्राइट का कोड पूछा, ब्राइट, ब्राइट आ रहा, होर किते भी ब्राइट है नहीं है, ब्राइट का मित्र कौन कौन है, लिटल बॉय, लिटल तो लिटल कट गया, बॉय तो बॉय कट गया। हुण तुसीं देखो 1 2 3, ਇਹਦੇ ਵਿੱਚ ਜਿਹੜਾ चीज़ नहीं है ना किते भी, वो उत्तर है, एक नाल एक कट गया, 2 किते नहीं है, लेकिन 3 ना 3 कट गया, तो बिल्कुल जी उत्तर की आ जाएगा 2, या नन ऑफ दीज। 25वें ਦੇ ਵਿੱਚ 3 ਕਿਵੇਂ ਦੇ ਰਹੇ ਹੋ ਬਈ, 3 नहीं आएगा 25वें ਵਿੱਚ, 25वें ਵਿੱਚ आएगा 2, यानी नन ऑफ दीज, डी ऑप्शन। हाँ बिल्कुल, तुम आंसर लिख रहे हो, ठीक है। चलो जी, यस, 26 ते 27 करो फटाफट,
ਯੈਸ ਬੀ। 26 ਨੰਬਰ ਵੇ ਦੇਖੋ ਕੀ ਪੁੱਛਿਆ, ਓਵਰ। ਓਵਰ ਆ ਰਿਹਾ, ਹੋਰ ਕੀ ਦੇਖੋ ਓਵਰ ਹੈ ਨਹੀਂ ਹੈ ਜੀ। ਓਵਰ ਐਂਡ ਅਬਵ, ਐਂਡ ਆ ਰਿਹਾ ਹਨਾ, ਐਂਡ ਹੀ ਹੈ। ਦੇਖੋ ਅਬਵ ਵੀ ਕਿਤੇ ਨਹੀਂ ਹੈ, ਇਹਦਾ ਮਤਲਬ ਹੈ ਨਾ ਤਾਂ ਓਵਰ ਹੈ ਤੇ ਨਾ ਅਬਵ ਹੈ। ਇਹਦਾ ਮਤਲਬ ਹੈ ਦੋ ਬਚ ਗਏ, ਦੋ ਬਚ ਗਏ ਤਾਂ ਉੱਤਰ ਕਿਹਦੇ ਵਿੱਚ ਆਏਗਾ, ਜਾਂ ਦੇ ਵਿੱਚ। ਉੱਤਰ ਕਿਹਦੇ ਵਿੱਚ ਆਏਗਾ, ਜਾਂ ਵਿੱਚ। ਬਟ ਜੇ ਦੋ ਆਪਸ਼ਨ ਦੇ ਰੱਖੇ ਹੋਣ ਜਾਂ ਵਿੱਚ ਤਾਂ ਫਿਰ ਚੈੱਕ ਕਰ ਲਓ। ਦੇਖੋ ਧਿਆਨ ਨਾਲ, ਐਂਡ ਦੇ ਨਾਲ ਐਂਡ ਕੱਟ ਗਿਆ ਤੇ ਇੱਥੇ ਕੱਟ ਗਿਆ ਜੀ ਪਾ ਦੇ ਨਾਲ ਪਾ। ਇਹਦਾ ਮਤਲਬ ਹੈ ਇੱਥੇ ਬਚਿਆ ਕਿ ਡਾ ਤੇ ਟਾ, ਯਾਨੀ ਆਪਣਾ ਉੱਤਰ ਕੀ ਆਏਗਾ, ਡਾ ਜਾਂ ਟਾ, ਡਾ ਜਾਂ ਟਾ। ਯੈਸ ਬਿਲਕੁਲ, ਦਿਮਾਗ ਲਾ ਗਏ। ਐਂਡ ਦਾ ਕੋਡ ਕੀ ਆਏਗਾ, ਐਂਡ। ਐਂਡ ਆ ਰਿਹਾ, ਹੋਰ ਕਿਤੇ ਨਹੀਂ ਹੈ। ਗੁੱਡ ਦੇ ਨਾਲ ਗੁੱਡ ਕੱਟ ਗਿਆ ਤੇ ਬੈਡ ਦੇ ਨਾਲ ਬੈਡ ਕੱਟ ਗਿਆ, ਬਿਲਕੁਲ ਜੀ। ਹੁਣ ਦੇਖੋ 5 ਦੇ ਨਾਲ 5 ਕੱਟ ਗਿਆ ਤੇ 3 ਦੇ ਨਾਲ 3 ਕੱਟ ਗਿਆ, ਕੀ ਬਚ ਗਿਆ, 8। ਆਪਸ਼ਨ ਨੰਬਰ ਸੀ। ਦੱਸੋ ਬਈ ਮਜ਼ਾ ਆਇਆ ਕਿ ਨਹੀਂ ਆਇਆ ਟੌਪਿਕ ਸਿੱਖ ਕੇ, ਫਟਾਫਟ ਦੱਸੋ ਮਜ਼ਾ ਆਇਆ ਕਿ ਨਹੀਂ ਆਇਆ। ਕਿਉਂਕਿ ਕਨਸੈਪਟ ਜਿਹੜੇ ਨੇ ਉਹ ਤੁਹਾਡੇ ਬਿਲਕੁਲ ਈਜੀ ਸੀਗਾ ਇਹਦੇ ਵਿੱਚ, ਕਿ ਜੇ ਤਾਂ ਇਹ ਕਾਮਨ ਪਿਆ ਹੈ ਫਿਰ ਤਾਂ ਕਾਮਨ ਵਾਲਾ ਆਨਸਰ ਹੋਏਗਾ, ਜੇ ਇਹ ਕਾਮਨ ਨਹੀਂ ਹੈ ਤਾਂ ਇਹਦੇ ਜਿਹੜੇ ਫਰੈਂਡ ਸਰਕਲ ਦੇ ਵਿੱਚ ਨੇ ਉਹਨਾਂ ਨੂੰ ਕੱਟ ਦਿਓ, ਜੇ ਉਹਨਾਂ ਵਿੱਚ ਵੀ ਕੋਈ ਕਾਮਨ ਨਹੀਂ ਹੈ ਤਾਂ ਉੱਤਰ ਜਾਂ ਦੇ ਵਿੱਚ ਆ ਜਾਏਗਾ। 28 ਤੇ 29 ਨੰਬਰ ਕਰ ਦਿਓ ਫਟਾਫਟ। अठाई ते 29 नंबर। ਯੈਸ ਬੀ। 28 ਦੇ ਵਿੱਚ ਪੁੱਛਿਆ ਹੈ ਕਿ ਹੀ ਵਾਸਤੇ ਕੋਡ ਕੀ ਆਏਗਾ, ਹੀ ਵਾਸਤੇ ਤਾਂ ਆਪਾਂ ਨੂੰ ਪਤਾ ਹੀ ਇਕੱਲਾ ਪਿਆ ਹੈ। ਇਹਦੇ ਮਿੱਤਰ ਇਜ ਨਾਲ ਇਜ ਕੱਟ ਗਿਆ, ਉਹ ਕਹਿੰਦਾ ਨਾ ਗੁੜ ਨਾਲ ਗੁੜ ਮਿਠਾ ਹਨਾ, ਉਵੇਂ ਇਜ ਨਾਲ ਇਜ ਨੂੰ ਮਿਠਾ ਤੇ ਗੁੱਡ ਨਾਲ ਗੁੱਡ ਨੂੰ ਮਿਠਾ, ਇੱਧਰ ਫੇਰ ਗੁੱਡ ਗਿਆ, ਆਪਣੇ ਕੋ ਕੱਲਾ ਹੀ ਰਹਿ ਗਿਆ। ਹੁਣ ਸਾਨੂੰ ਸਿਰਫ ਇਹ ਦੇਖਣਾ ਵੀ ਉੱਤਰ ਇਹਨਾਂ ਤਿੰਨਾਂ ਚੋਂ ਕੋਈ ਇੱਕ ਹੈ, ਜਿਹੜੇ ਕਾਮਨ ਨਹੀਂ ਹੈ ਉਹੀ ਉੱਤਰ ਹੈ। 2 ਦੇ ਨਾਲ 2 ਕੱਟ ਗਿਆ, 5 ਦੇ ਨਾਲ 5 ਕੱਟ ਗਿਆ ਜੀ ਹਨਾ, ਇਹਦਾ ਮਤਲਬ ਬਚਿਆ ਕਿ ਆਪਣੇ ਕੋਲੇ 3। ਆ ਲਓ ਜੀ ਆਪਸ਼ਨ ਨੰਬਰ ਬੀ। 28ਵੇਂ ਦੇ ਵਿੱਚ ਬੀ ਆਏਗਾ, ਬਿਲਕੁਲ ਵੀ 28ਵੇਂ ਦੇ ਵਿੱਚ ਕੀ ਆਏਗਾ, ਬੀ। 29ਵਾਂ ਦੇਖੋ ਸੀ, ਸੀ ਦੇ ਬਾਰੇ ਪੁੱਛ ਰਿਹਾ, ਸੀ ਇਸ ਕਾਮਨ ਨਹੀਂ ਹੈ, ਠੀਕ ਹੈ ਜੀ ਮਿੱਤਰ ਗੁੱਡ। ਆ ਲਓ ਜੀ ਗੁੱਡ। ਪਿਕਚਰ, ਆ ਲਓ ਜੀ ਪਿਕਚਰ। ਆਪਾਂ ਨੂੰ ਪਤਾ ਹੈ ਵੀ ਇਹਦਾ ਅਰਥ ਆ ਸੀਗਾ, ਇਹਦਾ ਮਤਲਬ ਹੈ ਉੱਤਰ ਇਹਦੇ ਵਿੱਚੋਂ ਕੋਈ ਇੱਕ ਹੋਏਗਾ। 4 ਦੇ ਨਾਲ 4 ਕੱਟਤਾ ਤੇ 7 ਦੇ ਨਾਲ 7 ਕੱਟਤਾ ਤਾਂ ਆਪਣੇ ਕੋਲੇ ਬਚਿਆ ਕਿ ਸੀ ਵਾਸਤੇ 8 ਹੀ ਬਚਿਆ, ਯਾਨੀ ਉੱਤਰ ਨੰਬਰ ਡੀ। ਬਿਲਕੁਲ ਵੀ ਬਿਲकुल। 29ਵੇਂ ਦੇ ਵਿੱਚ ਬੀ ਆਏਗਾ ਨਹੀਂ, ਬੀ ਨਹੀਂ ਆਏਗਾ 29ਵੇਂ ਵਿੱਚ ਬੀ। ਅੱਛਾ 8 ਲਿਖਿਆ ਹੈ, ਠੀਕ ਹੈ ਠੀਕ ਹੈ 8 ਲਿਖਿਆ ਹੈ। 29ਵੇਂ ਦੇ ਵਿੱਚ ਡੀ ਆਏਗਾ। ਆ ਗੱਗੀ ਸਿੱਧੂ ਜੀ 6 ਕਿਹੜਾ ਦੇਤਾ ਬਈ, ਗੱਗੀ ਸਿੱਧੂ ਜੀ ਕਲਾਸ 'ਚ ਬਹੁਤ ਲੇਟ ਆਏ ਹੋ, ਬਹੁਤ ਲੇਟ ਆਏ ਹੋ ਬਈ, ਬਹੁਤ ਲੇਟ ਆਏ ਹੋ। ਅੱਜ ਤਾਂ ਆਪਣਾ ਟੌਪਿਕ ਹੀ ਖਤਮ ਹੋਣ ਵਾਲਾ ਹੋ ਗਿਆ। ਚਲੋ ਜੀ ਹੁਣ ਤੁਹਾਨੂੰ ਇੰਨੀ ਗੱਲ ਤਾਂ ਪਤਾ ਲੱਗ ਗਈ ਵੀ ਹਾਂ ਜਦੋਂ ਵੀ ਇਹੋ ਜਿਹੇ ਕੁਐਸਚਨ ਆਉਣਗੇ ਤਾਂ ਆਪਾਂ ਇਹਨਾਂ ਨੂੰ ਐਵੇਂ ਹੀ ਕਰਾਂਗੇ, ਸਿੰਪਲ ਵੇ ਦੇ ਨਾਲ, ਕੋਈ ਦਿਮਾਗ ਨਹੀਂ ਲਾਉਣਾ। ਬਸ ਜੇ ਤਾਂ ਉਹ ਕਾਮਨ ਹੈ ਫਿਰ ਤਾਂ ਕਾਮਨ ਵਾਲਾ ਆਨਸਰ ਹੈ, ਜੇ ਉਹ ਕਾਮਨ ਨਹੀਂ ਹੈ ਤਾਂ ਫਿਰ ਉਹਦੇ ਮਿੱਤਰਾਂ ਵਿੱਚੋਂ ਕਾਮਨ ਲੱਭੋ, ਫਰੈਂਡ ਸਰਕਿਲ ਦੇ ਵਿੱਚੋਂ। ਔਰ ਜਦੋਂ ਉਹ ਫਰੈਂਡ ਸਰਕਿਲ ਦੇ ਵਿੱਚ ਵੀ ਕਾਮਨ ਨਾ ਲੱਭੇ ਤਾਂ ਇਹਦਾ ਮਤਲਬ ਹੈ ਉੱਤਰ ਕਿਹਦੇ ਵਿੱਚ ਆਏਗਾ, ਜਾਂ ਦੇ ਵਿੱਚ ਆਏਗਾ। ਕਿਹਦੇ ਵਿੱਚ ਆਏਗਾ, ਜਾਂ ਦੇ ਵਿੱਚ ਆਏਗਾ। ਇੰਨੀ ਗੱਲ ਸਮਝ ਆਈ ਕਿ ਨਹੀਂ ਆਈ ਸਾਰਿਆਂ ਨੂੰ, ਫਟਾਫਟ का ਦੱਸ ਦਿਓ ਬਈ, ਫਟਾਫਟ ਦੱਸ ਦਿਓ ਇੰਨੀ ਚੀਜ਼ ਸਮਝ ਆਈ ਕਿ ਨਹੀਂ ਆਈ ਸਾਰਿਆਂ ਨੂੰ, ਫਿਰ ਆਪਾਂ ਅੱਗੇ ਚੱਲੀਏ। ਅੱਜ ਆਪਾਂ ਟੌਪਿਕ ਕੰਪਲੀਟ ਕਰਨਾ ਹੈ ਵਾਲਾ।
बिल्कुल नहीं छड्डदे, बिल्कुल सही गल है भी। छड्डना तो आपां कुछ भी नहीं गा बेटा, सारे फड़ के रखने आ। एक भी क्वेश्चन छड्डता तो गई। अजकल पता है ना मैरिट कित्थे कित्थे जांदी है। चलो बई हुण तुहाडे सामने इहदे विच ही इहो जिहे क्वेश्चन भी पेपर विच पुछ लैंदा है। ਇਹ ਕਹਿੰਦਾ ਹੈ ਵੀ ਤੁਹਾਨੂੰ ਨਾ ਮੈਂ ਇਹੋ ਜਿਹਾ ਇੱਕ ਸਮੂਚੇ ਦੇਤਾ, ਮਤਲਬ ਆ ਇੱਕ ਉੱਤੇ ਨਾ ਪੜੋ ਭਾਵੇਂ, ਸਿਰਫ ਧਿਆਨ ਤੁਸੀਂ ਕਰੋਗੇ, ਮੈਂ ਨਹੀਂ ਕਰੂੰਗਾ ਇਹਨੂੰ। ਆਪਾਂ ਨੂੰ ਕਹਿੰਦਾ ਵੀ ਆਪਾਂ ਨੂੰ ਨਾ ਇੱਕ ਆ ਲਾਈਨ ਦੇਤੀ, ਇਹਦੇ ਵਿੱਚ ਤੁਸੀਂ ਕੋਈ ਰਿਲੇਸ਼ਨ ਬਣਾਓ ਆਪਦੇ ਅਕੋਰਡਿੰਗ, ਕੋਈ ਵੀ ਰਿਲੇਸ਼ਨ ਬਣਾਓ। ਕਹਿਣ ਦਾ ਮਤਲਬ ਹੈ ਤੁੱਕਾ ਵੀ ਲਾ ਲਓ ਭਾਵੇਂ, ਇਹਦੇ ਵਿੱਚ ਕੋਈ ਨਾ ਕੋਈ ਰਿਲੇਸ਼ਨ ਬਣਾਓ ਬਸ। ਤੁਹਾਡੇ ਟੌਪਿਕ ਹੈਗਾ ਨਾ ਇੱਕ ਰਿਲੇਸ਼ਨਸ਼ਿਪ ਪ੍ਰੋਬਲਮ, ਹੈਗਾ ਨਾ ਟੌਪਿਕ ਤੁਹਾਡੇ ਰੀਜ਼ਨਿੰਗ ਦੇ ਵਿੱਚ, ਰਿਲੇਸ਼ਨਸ਼ਿਪ ਪ੍ਰੋਬਲਮ, ਯੈਸ ਔਰ ਨੋ। ਤੁਹਾਡੇ ਪੇਪਰ ਦੇ ਵਿੱਚ ਬਲੱਡ ਰਿਲੇਸ਼ਨ ਨਹੀਂ ਲਿਖਿਆ ਹੋਇਆ, ਇਹ ਗੱਲ ਧਿਆਨ ਰੱਖਿਓ ਬਈ ਸਾਰੇ ਜਣੇ। ਗਲਤੀ ਹੁੰਦੀ ਹੈ ਇੱਥੇ ਹੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਬਲੱਡ ਰਿਲੇਸ਼ਨ ਨਹੀਂ ਲਿਖਿਆ ਹੋਇਆ ਉੱਥੇ ਲਿਖਿਆ ਹੋਇਆ ਹੈ ਰਿਲੇਸ਼ਨਸ਼ਿਪ ਪ੍ਰੋਬਲਮ। ਹੁਣ ਇਹਦਾ ਮਤਲਬ ਪਤਾ ਕੀ ਹੈ? ਇਹਦਾ ਮਤਲਬ ਹੈ ਪੇਪਰ ਦੇ ਸਬਜੈਕਟ ਸਿਲੇਬਸ ਦੇ ਵਿੱਚ ਵੀ ਜਿੰਨੇ ਵੀ ਟੌਪਿਕ ਰੀਜਨਿੰਗ ਦੇ ਵਿੱਚ ਜਿਨ੍ਹਾਂ ਵਿੱਚ ਕੋਈ ਨਾ ਕੋਈ ਰਿਲੇਸ਼ਨ ਬਣਦਾ ਹੈ, ਉਹ ਸਾਰੇ ਟੌਪਿਕ ਇਹਦੇ ਵਿੱਚ ਆ ਜਾਣਗੇ। ਜਿਵੇਂ ਕੋਡਿੰਗ ਡਿਕੋਡਿੰਗ, ਇਹਦੇ ਵਿੱਚ ਆਪਸ 'ਚ ਕੋਈ ਨਾ ਕੋਈ ਰਿਲੇਸ਼ਨ ਬਣਦਾ ਹੈ ਨਾ, ਦੈਟਸ ਇਟ। ਬਲੱਡ ਰਿਲੇਸ਼ਨ, ਦੈਟਸ ਇਟ, ਬਣਦਾ ਹੈ ਨਾ ਬਣਦਾ। ਅਲਫਾਬੇਟ ਟੈਸਟ, ਦੈਟਸ ਇਟ। ਡਿਕਸ਼ਨਰੀ ਵਰਡ ਮੈਚ, ਦੈਟਸ ਇਟ। ਤੇ ਆਹ ਵਾਲਾ ਟੌਪਿਕ ਵੀ ਕਿਹਦੇ ਵਿੱਚ ਆ ਗਿਆ? ਰਿਲੇਸ਼ਨ ਦੇ ਵਿੱਚ ਆ ਗਿਆ। ਇਹ ਗੱਲ ਧਿਆਨ ਰੱਖਿਓ, ਇਹ ਕੋਈ ਨਹੀਂ ਦੱਸਦਾ ਹੈ, ਇਹ ਮੇਰਾ ਵਾਅਦਾ ਹੈ, ਇਹਨਾਂ ਡਿਸਕ੍ਰਾਈਬ ਕੋਈ ਨਹੀਂ ਕਰਦਾ। ਇਸ ਤੁਹਾਨੂੰ ਮੈਂ ਇੱਕ ਸਿਲੇਬਸ ਦੱਸਿਆ ਸੀ, ਤੁਹਾਨੂੰ ਯਾਦ ਹੋਏਗਾ। ਤੁਹਾਨੂੰ ਮੈਂ ਇੱਕ ਸਿਲੇਬਸ ਦੱਸਿਆ ਸੀ, ਪਹਿਲਾਂ ਮੈਂ ਸਿਲੇਬਸ ਬਾਰੇ ਥੋੜਾ ਜਿਹਾ ਹੋਰ ਚਰਚਾ ਕਰ ਲਾਂ। ਕੋਈ ਟੌਪਿਕ ਤਾਂ ਆਪਣਾ ਛੋਟਾ ਹੀ ਅੱਜ। ਮੈਂ ਤੁਹਾਨੂੰ ਸਿਲੇਬਸ ਦੱਸਿਆ ਸੀ ਕਿੱਥੇ? ਹਾਂਜੀ ਆ ਵੇਖੋ, ਧਿਆਨ ਨਾਲ ਵੇਖਿਓ। ਆਪਾਂ ਨੰਬਰ ਸੀਰੀਜ਼ ਕਰ ਲਈ, ਬਿਲਕੁਲ। ਨੰਬਰ ਸੀਰੀਜ਼ ਤੋਂ ਬਾਅਦ ਧਿਆਨ ਨਾਲ ਦੇਖਿਓ, ਆਪਾਂ ਸਟੇਟਮੈਂਟ ਕਨਕਲੂਜਨ ਕਰ ਲਿਆ, ਬਿਲਕੁਲ। ਆਰਡਰ ਰੈਂਕਿੰਗ ਕਰ ਲਈ, ਡਾਇਰੈਕਸ਼ਨ ਕਰ ਲਿਆ, ਰਿਲੇਸ਼ਨਸ਼ਿਪ ਪ੍ਰੋਬਲਮ ਆਪਾਂ ਆਪਦੇ ਵੱਲੋਂ ਸਮਝ ਰੱਖੇ ਸੀ, ਬਲੱਡ ਰਿਲੇਸ਼ਨ ਕਰ ਲਈ, ਲੇਕਿਨ ਨਹੀਂ। ਰਿਲੇਸ਼ਨਸ਼ਿਪ ਪ੍ਰੋਬਲਮ ਦੇ ਵਿੱਚ ਆਪਣੇ ਕੋਲੇ ਆ ਸਾਰੇ ਟੌਪਿਕ ਹੋਣਗੇ ਜਿਹੜੇ ਜਿਨ੍ਹਾਂ 'ਚ ਰਿਲੇਸ਼ਨ ਬਣਦਾ ਹੈ। ਕੋਡਿੰਗ ਡਿਕੋਡਿੰਗ ਹੋ ਗਿਆ, ਪੇਅਰਸ ਆਫ ਅਲਫਾਬੈਟ ਹੋ ਗਿਆ, ਆ ਜਿੰਨੇ ਵੀ ਟੌਪਿਕ ਆਪਾਂ ਕਰਕੇ ਆਏ ਆ ਨਾ, ਇਹ ਸਾਰੇ ਰਿਲੇਸ਼ਨਸ਼ਿਪ ਬਣਨਗੇ। ਇਹ ਗੱਲ ਧਿਆਨ ਰੱਖਿਓ, ਨਾ ਕਿ ਬਲੱਡ ਰਿਲੇਸ਼ਨ ਬਣੇਗਾ ਕੱਲਾ। ਇਜ਼ ਦੈਟ ਕਲੀਅਰ ਸਾਰਿਆਂ ਨੂੰ? ਬਸ ਆਹ ਟੌਪਿਕ ਆਪਣਾ ਕੰਪਲੀਟ ਹੋ ਗਿਆ, ਫਿਰ ਆਪਾਂ ਸਟਾਰਟ ਕਰਾਂਗੇ ਸਿਕਵੈਂਸਿੰਗ ਕਰਨੀ। ਸਿਕਵੈਂਸਿੰਗ ਵਾਲੇ ਹਾਲਾਂਕਿ ਮੈਂ ਥੋੜੇ ਬਹੁਤ ਦੱਸਤੇ ਆ ਤੁਹਾਨੂੰ, ਥੋੜੇ ਬਹੁਤ ਰਹਿ ਗਏ। ਔਰ ਫਿਰ ਲਾਸਟ ਵਿੱਚ ਕਰਾਂਗੇ ਪੈਟਰਨ ਕੰਪਲੀਸ਼ਨ। ਇਹ ਹੋ ਜਾਏਗਾ ਪੰਜਾਬ ਪੁਲਿਸ ਦਾ ਟੌਪਿਕ ਕੰਪਲੀਟ। ਬਟ ਮੈਂ ਚਾਹੁੰਦਾ ਵਾਂ ਕਿ ਪੰਜਾਬ ਪੁਲਿਸ ਥੋੜੀ ਲੇਟ ਹੈ ਪੇਪਰ, ਆਪਾਂ ਜੇਲ੍ਹ ਵਾਰਡਨ ਵਾਲਾ ਚੱਕੀਏ, ਤੇ ਇਸ ਕਰਕੇ ਆਪਾਂ ਪ੍ਰੋਬਲਮਸ ਆਫ ਅਲਫਾਬੈਟ ਵਰਡ ਕਰਕੇ ਜਿਹੜੇ ਆਪਾਂ ਚੱਲ ਰਹੇ ਆਪਣੇ, ਆਪਾਂ ਕਰਾਂਗੇ ਐਨਾਲੋਜੀ ਤੇ ਓਡ ਮੈਨ ਆਊਟ, ਆਹ ਦੋਨੋਂ ਕਰ ਲਾਂਗੇ, ਠੀਕ ਹੈ ਨਾ। ਹਾਂਜੀ ਸਿਲੋਲਿਜ਼ਮ, ਚਲੋ ਜੀ ਸਟਾਰਟ ਕਰਦੇ ਆਂ ਵੀ। ਚਲੋ ਵੀ ਹੁਣ ਦੇਖੋ ਧਿਆਨ ਨਾਲ, ਇਹਦੇ ਵਿੱਚ ਤੁਹਾਨੂੰ ਦਿਮਾਗ ਕੀ ਲਾਉਣਾ ਹੈ, ਸੁਣੀ ਚੱਲਿਓ। ਇਹਦੇ ਵਿੱਚ ਤੁਹਾਨੂੰ ਦਿਮਾਗ ਕੀ ਲਾਉਣਾ ਹੈ? ਆਹ ਲਾਉਣਾ ਹੈ ਵੀ ਇਹਨਾਂ ਵਿੱਚ ਕੋਈ ਨਾ ਕੋਈ ਰਿਲੇਸ਼ਨ ਬਣ ਰਿਹਾ। ਬਸ ਇਹਨਾਂ ਵਿੱਚ ਜਿਹੜਾ ਵੀ ਰਿਲੇਸ਼ਨ ਬਣ ਰਿਹਾ ਹੈ, ਤੁਸੀਂ ਤੁੱਕਾ ਮਾਰੋ ਭਾਵੇਂ, ਉਹ ਤੁੱਕਾ ਤੁਹਾਡਾ ਇੱਧਰ ਲੱਗਣਾ ਚਾਹੀਦਾ ਹੈ। ਜਿਵੇਂ ਇੱਕ ਕੁਐਸਚਨ ਦੇਖੋ, ਮੈਂ ਇਹ ਸੋਚਦਾ ਵੀ ਆਹ ਨਾ 3 ਦੀ ਸਕੇਅਰ ਹੈ, ਯਾਨੀ ਆਹ ਜਿਹੜੀ ਹੈ 3 ਦੀ ਸਕੇਅਰ ਹੈ, ਤੇ 11 ਜਿਹੜਾ ਹੈ ਉਹ 9 ਦੇ ਵਿੱਚ 2 ਜੋੜ ਕੇ 11 ਆ ਗਿਆ। ਮੈਂ ਕੋਈ ਟ੍ਰਿਕ ਲਾਈ ਕਿ? ਮੈਂ ਟ੍ਰਿਕ ਨਹੀਂ ਲਾਈ, ਮੈਂ ਸਿਰਫ ਔਰ ਸਿਰਫ ਕੀ ਲਾਇਆ? ਆਪਦੇ ਵੱਲੋਂ ਇੱਕ ਰਿਲੇਸ਼ਨ ਬਣਾਇਆ। ਉਹ ਰਿਲੇਸ਼ਨ ਇਹਦੇ ਵਿੱਚ ਬਣਨਾ ਚਾਹੀਦਾ। ਚਲੋ ਚੈੱਕ ਕਰੋ, 5 ਦੀ ਸਕੇਅਰ 25, ਹਾਂਜੀ ਬਣ ਰਿਹਾ ਜੀ। 7 ਦੀ ਸਕੇਅਰ 49 ਬਣ ਰਿਹਾ ਜੀ। 6 ਦੀ ਸਕੇਅਰ 36 ਬਣ ਰਹੀ ਹੈ ਜੀ।
8 ਦੀ ਸਕੇਅਰ 16 ਬਣ ਰਹੀ ਹੈ ਜੀ। ਅੱਗੇ ਚੱਲੋ, ਅੱਗੇ ਆਪਾਂ ਨੂੰ ਪਤਾ ਹੈ ਵੀ ਰਿਲੇਸ਼ਨ ਇਹ ਬਣ ਰਿਹਾ ਸੀ ਵੀ ਉਹਦੇ ਵਿੱਚ 2 ਜੁੜ ਰਹੇ ਸੀ, ਇੱਧਰ ਤਾਂ ਕੱਟ ਰਹੇ ਹੈ, ਇੱਧਰ ਵੀ ਕੱਟ ਰਹੇ ਹੈ, ਇੱਧਰ 8 ਜੁੜ ਰਿਹਾ ਹੈ ਔਰ ਇੱਧਰ 2 जुड़ रहे हैं। आ लो जी, बन गया बस, दैट्स ऑल, दैट्स इट। आया ना समझ? यानी कहने का भाव ये होया भी जेड़ा तुसी आप दा रिलेशन समझिया है ना, जे वो रिलेशन पेपर दे विच लग गया तो बस ला दो। ये ना सोचो कि मेरा गलत है कि सही है, क्योंकि ये 100% कदी भी लॉजिकल नहीं होंदा। ये डिपेंड ऑन योर माइंड, तुहाडे माइंड ते डिपेंड करता है। ये कोई सूत्र नहीं है कि सर जी स्केयर दे विच 2 जोड़ता, ये कोई सूत्र नहीं है। इनू किसी भी तरीके नाल कर सकते हैं आपां, ये भी गल ध्यान रखियो। हुण तुसीं आ देखो, हुण इत्थे आपां 6 दी स्केयर 36 प्लस 2 38 करता, उत्थे आ भी हो सकदा। देखो ध्यान नाल वेखियो, जे आ ऑप्शन पिया हुंदा फिर आपां तां ये भी मनदे भी 3 तीए 9, सर जी इहने 3 नाल मल्टीप्लाई कीता होएगा। तो इत्थे देखो 6 तीए 18 प्लस 2, नियम तो सही है, लेकिन तुहानू याद ये रखना है कि ऑप्शंस दे विच आ देखो इत्थे भी स्केयर दिता, इत्थे भी स्केयर दिता, इत्थे भी स्केयर दिता, है ना। आ तो वैसे ही गलत हो गया सी। कहने का मतलब समझ आ गया ना भी जेड़े ऑप्शंस दे विच कंडीशनां दित्तियां होणगीਆਂ तुहानू सारियां चैक करनियां। PB31 सिक्वेंसिंग मतलब होंदा है, जेड़ा मैं टॉपिक पहला तो करवा चुकिया वां, सिक्वेंस बनाना आपां नू, जिवें डिक्शनरी में सिक्वेंस बनता है, ठीक है। फिर आप कहने ए बी तो वड्डा है पर सी तो छोटा है, वो वाला सिक्वेंस बनता है, ठीक है जी। सैकेंड क्वेश्चन देखो, हुण सैकेंड दे विच आपां थोड़ा दिमाग लाइए भी सर जी आ 8 5 40 ते सर जी आ 8 7 56 56, यानी इनू मैं 5 नाल मल्टीप्लाई किया, इनू 7 नाल। चलो चेक करो, 3 5 15, 3 7 21, सर जी लग रहा है जी नियम तो। 5 चौका नहीं, 7 चौका नहीं, अपन तो पहले 5 लाना, आ भी नहीं। अपने वालों उत्तर की आ जाएगा, 1 नंबर आ जाएगा। अगे चलो, 4 ते 10 ते 15, आप की दिमाग लाइए, आप दिमाग लाइए सर जी मैं पहला 6 जोड़िया फिर 5 जोड़िया, कि होर तो कोई नियम बन नहीं रहा अपने अकॉर्डिंग देखा जाए तो। आप हुण इधर देखो 6 जोड़ो, पहला 6 तो किसे आ रहा, 2 दे विच 6 जोड़े, फिर उस तो बाद विच 5 जोड़ो, नहीं जी नहीं लग रहा। इधर भी कोई नियम नहीं लग रहा, यदा मतलब है इत्थे आ वाला नियम तो नहीं लग रहा। कोई होर नियम ला के देखो, किन्ने केड़ा नियम लाया फटाफट दसो, जिन्ने भी जेड़ा नियम लाया फटाफट दसो, लिख दो, फिर मैं दस देना। आ नियम तो नहीं लग रहा इत्थे। फटाफट दसो बई। हाँ जी बिल्कुल सही भी, जिन्होंने नहीं दसिया उन्होंने वास्ते तो कोई दिक्कत नहीं। देखो ध्यान ना, 4 दूनी 8 भी पहला आप 6 और 4 वाला नियम लाया, वो लग्या ही नहीं। आ ला के देखो, 4 दूनी 8 दे विच 2 जोड़ता 10, फिर 4 तीए 12 और 12 दे विच 3 जोड़ता। आप आ दिमाग ला के देखते हैं। चलो चेक करो, 3 दूनी 6 तो हो ही नहीं सकता, फिर 2 दूनी 4 नहीं जी, 5 दूनी 10, 10 दे विच 2 जोड़िया, ठीक है जी। 5 तीए 15, 15 विच 3 जोड़िया। आ लो जी, नियम आही लग रहा है ना, बिल्कुल भी बिल्कुल सही जवाब भी। दसो भी आ गल समझोगी। बिल्कुल बिल्कुल सही गल की भी, जिन्होंने लिखा ना सर जी 1 प्लस करके 2 ना 3 ना मल्टीप्लाई किया। चलो जी अगला करो, 4 5 6 7, चार 5 6 7, फटाफट दसो भी।
चलो देखो बई, बस ये लास्ट स्लाइड है अपनी भी अज दी, ठीक है ना। कल तो आप नवा टॉपिक शुरू करांगे परसों। इन्हें देखो ध्यान ना, इत्थे की नियम लगेगा, इत्थे नियम लगेगा जी, ध्यान ना देखियो भी 2 नूं मैं जे 7 नाल मल्टीप्लाई करावां तो 14, और 2 नूं जे 8 नाल मल्टीप्लाई करावां तो 16। चेक करो हुण, आ देखो आ रहा 3 7 21 ते 3 8 24, बस गल खत्म। हुणे भावें गलत ही होवे, मैनू कुछ नहीं पता, क्योंकि मेरा जिहड़ा नियम सी लग गया। अगे चलो 5 नंबर, 5 नंबर विच तां बहुत ईजी, देखो 6 दी स्केयर 36, 6 दी स्केयर 36, और देखो ध्यान ना 36 का बिल्कुल उल्टा, ठीक है जी। हुण आ देखो आद कट दो, आ भी कट दो, आ लो जी आ भी कट दो, बच की गया, आ लो जी, करन दी लोड़ ही नहीं सी। जे अपने कोले आ थीम ही आ बन रही है भी इहदा जस्ट उल्टा आ रहा है, उल्टा सिर्फ किहदे विच दे रखिया है, बी दे विच। छठे ते चलदे हां, 7 दूनी 14 प्लस 1 करांगे तां 15, 15 दूनी 30 प्लस 1 करांगे तां 31। सही है ना गल, यानी नियम वही बन रहा है। हुण देखो 7 दूनी 14 नहीं जी, 9 18 नहीं, आ देखो आ भी नहीं बन रहा, बनता कोई भी नहीं रहा। देखो ध्यान ना, जे आपां कोई नियम ला के चलीए तो अपने कोले कोई भी नियम नहीं लग रहा। यस या नो, भी आपां जे सोचिए भी सर जी 1 1 प्लस होना चाहिए है, भी जे आपां 1 1 प्लस की सोचिए तो किसी से नहीं हो रहा। देखो माइनस जरूर हो रहा है, लेकिन वो नियम लग नहीं सकता। तो यदा मतलब ये है भी जिहड़ी संख्या इत्थे आई है वो ना होवे, हुण इत्थे जिहड़ी भी संख्या आवे वो दोनों च सेम जुड़दी होवे। यानी आ देखो 5 दूनी 10 प्लस 3 13, 13 दूनी 26 प्लस 3 करांगे तो 29 आएगा, है ना। यदा मतलब है आ ऑप्शन तो गलत हो गया, लेकिन आ ऑप्शन बिल्कुल की हो गया, सही हो गया। इन्नी गल दसो भी समझ आई कि नहीं आई। फटाफट दसो भी, समझ आ गई ना गल वाली। यानी पेपर दे विच थीम जरूरी नहीं है कि आ चीज सेम बने, एक ही जुड़ेगा, एक नहीं जुड़ता तो उत्थे 3 3, मतलब जिहड़ी भी चीज होएगी वो सेम आएगी। लास्ट एंड फाइनल 7th नंबर क्वेश्चन, अज दा आखिरी प्रश्न 7th नंबर बहुत सिंपल है। देखो इनू मैं 4 जोड़िया, मन के चलना मैं, ये मैं 8 जोड़िया, ये नहीं होया, सेम तो नहीं हो रहा। 7 ते 4 नहीं, सेम तो नहीं हो रहा। आ देखो 5 ते 4 9, 9 ते 8 17, आ लो जी। ऑप्शन नंबर की आ जाएगा, सी आ जाएगा। ऑप्शन नंबर की आ जाएगा, सी आ जाएगा। दसो भाई समझ आया कि नहीं आया सारे नू, फटाफट दसो सैशन समझ आया कि नहीं आया। सैशन नू इंजॉय किया सारे ने, तो अपने सारे टॉपिक बिल्कुल कंप्लीट हो गए ने जिहड़े अल्फाबेट दे विच सीगे। जिन्ने भी टॉपिक आप अल्फाबेट दे विच करने सी वो सारे कर रहे आप, मतलब कोडिंग रिकॉर्डिंग दे विच, ठीक है जी। सो कल तक क्लास नहीं लगेगी, परसों अपनी क्लास लगेगी, ठीक है ना। अच्छा गाइस एक गल दसो, सैटरडे नू की होना कि मैं बिल्कुल फ्री होना सैटरडे नू, ठीक है। अज तो चलो बिजी सीगा मैं, बट वैसे सैटरडे नू मैं बिल्कुल फ्री होना 12 बजे तो बाद, क्योंकि मेरी सैटरडे संडे छुट्टी होती है, मैं क्लासा नहीं लेंदा किते भी। तो सैटरडे नू जे आपां जिहड़ी शाम वाली क्लास होंदी है अपनी 7 तो 8 ते 8 तो 9, जे वो किते आपां दोपहरे सैटिंग कर लीए आपां किते, थैंक यू परविंदर कौर जी, थैंक यू। बस एक गॉड गिफ्ट है भी, देखो मैं एवें नहीं कहता भी मैं बहुत कोई वड्डी कोई शख्सियत इहो जिहा कुछ नहीं गा, बस कंसैप्ट नू सीखना ते कंसैप्ट नू दसना, बस यही मेरे च एक छोटी जी बस मैं कह सकदा गॉड गिफ्ट आ, ठीक है ना। तो आपां सिर्फ सैटरडे नू ध्यान रखना है गल, जे आपां सैटरडे दी क्लास आपां जे टाइमिंग फटाफट जल्दी रख लीए, कहण दा भाव यह है
ਉਹਦੇ ਨਾਲ ਕੀ ਹੈ ਕਿ ਥੋੜਾ ਜਿਹਾ ਆਪਾਂ ਨੂੰ ਟਾਈਮ ਜ਼ਿਆਦਾ ਮਿਲ ਜਾਏਗਾ। ਹੁਣ ਰਾਤ ਨੂੰ ਕੀ ਹੁੰਦਾ ਵੀ ਮੈਨੂੰ ਘੰਟਾ ਘੰਟਾ ਹੀ ਲਾਉਣਾ ਪੈਂਦਾ ਫਿਰ ਕਲਾਸ, ਹਨਾ। ਸ਼ਨੀਵਾਰ ਨੂੰ ਕੀ ਆਪਾਂ ਜ਼ਿਆਦਾ ਕਲਾਸ ਵੀ ਲੈ ਸਕਦੇ ਹਾਂ, ਜਿਵੇਂ ਮੰਨ ਲਓ 1.5 ਘੰਟੇ ਦੀ ਲੈ ਲਈਏ 2 ਕਲਾਸਾਂ, ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ। ਨਹੀਂ ਭੁਪਿੰਦਰ ਸਿੰਘ ਜੀ, ਪਤਾ ਕੀ ਹੈ, ਇਹ ਮੈਂ ਜਿਹੜਾ ਗੋਡ ਗਿਫਟ ਯੂਜ਼ ਕੀਤਾ ਹੈ ਨਾ, ਇਹ ਨਾ ਤੁਸੀਂ ਨਹੀਂ ਨਾ ਮੈਂ, ਇਹ ਮੈਨੂੰ ਸਾਰੇ ਕਹਿੰਦੇ ਨੇ, ਪਤਾ ਨਹੀਂ ਕਿਉਂ, ਮੈਨੂੰ ਇਹ ਚੀਜ਼ ਆਵਾਜ਼ ਨਹੀਂ, ਪਰ ਮੈਨੂੰ ਕਹਿੰਦੇ ਜ਼ਰੂਰ ਨੇ ਸਾਰੇ ਜਣੇ। ਸੁਪਿੰਦਰ ਜੋਲ ਜੀ, ਰੀਜ਼ਨਿੰਗ ਦੀਆਂ ਕਲਾਸਾਂ ਦੇਖੋ ਸ਼ੋਰ, ਦੇਖੋ ਪਤਾ ਕੀ ਹੁੰਦਾ ਹੈ, ਰੀਜ਼ਨਿੰਗ ਦੇ ਸਿਲੇਬਸ ਤੇ ਡਿਪੈਂਡ ਕਰਦਾ ਵੀ ਆਪਾਂ ਕਿੰਨਾ ਕੁ ਸਿਲੇਬਸ ਕਰਨਾ ਚਾਹੁੰਦੇ ਆ। ਹੁਣ ਜਿੱਥੇ ਮੈਂ ਐਟ ਪ੍ਰੈਜ਼ੈਂਟ ਪੜ੍ਹਾ ਰਿਹਾ ਵਾਂ ਉੱਥੇ ਤਾਂ ਦੇਖੋ 120 ਦਿਨ ਹੋ ਗਏ, ਅਜੇ ਤੱਕ ਪੈਟਰਨ ਖਤਮ ਨਹੀਂ ਹੋਇਆ। ਤਾਂ ਉਹ ਗੱਲਾਂ ਨਹੀਂ ਹੁੰਦੀਆਂ, ਅਕੋਰਡਿੰਗ ਟੂ ਸਿਲੇਬਸ ਦੇ ਉੱਤੇ ਡਿਪੈਂਡ ਕਰਦਾ ਹੈ ਵੀ ਰੀਜ਼ਨਿੰਗ ਆਪਾਂ ਸਿਲੇਬਸ ਦੇ ਅਕੋਰਡਿੰਗ ਪੜ੍ਹਨੀ ਹੈ ਜਾਂ ਪੂਰੀ ਰੀਜ਼ਨਿੰਗ ਪੜ੍ਹਨੀ ਹੈ, ਉਹ ਗੱਲ ਅੱਡ ਹੁੰਦੀ ਹੈ, ਠੀਕ ਹੈ ਨਾ। ਥੈਂਕ ਯੂ ਪ੍ਰਵਿੰਦਰ ਕੌਰ, ਥੈਂਕ ਯੂ। ਚਲੋ ਬਈ ਪ੍ਰਵਿੰਦਰ ਕੌਰ ਜੀ, ਤੁਹਾਡਾ ਬ੍ਰਦਰ ਜਿਹੜਾ ਕਿਸੇ ਵੀ ਅਕੈਡਮੀ 'ਚ ਪੜ੍ਹ ਰਿਹਾ ਹੈ, ਬਹੁਤ ਵਧੀਆ ਗੱਲ ਹੈ। ਬਸ ਇੰਨਾ ਧਿਆਨ ਰੱਖਿਓ, ਕੰਪੈਰੀਜ਼ਨ ਕਦੀ ਨਹੀਂ ਕਰਨਾ ਕਿਸੇ ਦਾ ਕਿਸੇ ਦੇ ਨਾਲ। ਜਦੋਂ ਆਪਾਂ ਕਿਸੇ ਦੀ ਤੁਲਨਾ ਕਰਨ ਲੱਗ ਜਾਂਦੇ ਹਾਂ ਨਾ, ਤੇ ਸਮਝ ਲਓ ਕਿ ਆਪਾਂ ਬਹੁਤ ਥੱਲੇ ਜਾ ਰਹੇ ਹਾਂ। ਧਿਆਨ ਰੱਖਣਾ, ਇਹ ਗੱਲ ਨੋਟਿਸ ਕਰਿਓ ਇਸ ਚੀਜ਼ ਨੂੰ। ਤੁਲਨਾ ਨਹੀਂ ਕਰਨੀ ਤੁਸੀਂ, ਨਾ ਤਾਂ ਮੇਰੀ ਕਿਸੇ ਟੀਚਰ ਦੇ ਨਾਲ ਕਰਨੀ ਤੇ ਨਾ ਕਿਸੇ ਟੀਚਰ ਦੀ ਮੇਰੇ ਨਾਲ ਕਰਨੀ। ਤੁਸੀਂ ਸਿਰਫ ਇਹ ਚੀਜ਼ ਦੇਖਣੀ ਹੈ ਕਿ ਉਹ ਤੁਹਾਡੇ ਬ੍ਰਦਰ ਨੂੰ ਕੀ ਸਮਝ ਨਹੀਂ ਆ ਰਿਹਾ, ਉਹਨੂੰ ਸਮਝਾ ਦਿਓ, ਬਸ ਦੈਟਸ ਆਲ। ਆਪਾਂ ਨੂੰ ਕਿਸੇ ਦੇ ਵਿੱਚ ਕੋਈ ਵੀ ਕੰਪੈਰੀਜ਼ਨ ਨਹੀਂ ਕਰਨਾ, ਠੀਕ ਹੈ ਨਾ। ਔਰ ਪਲੀਜ਼ ਵੀ ਮੇਰੇ ਵੱਲੋਂ ਬਸ ਇੱਕ ਛੋਟੀ ਜੀ ਰਿਕੁਐਸਟ ਹੈ, ਮੈਂ ਜਿੰਨਾ ਵੀ ਕਰਾਉਣਾ ਉਹਨਾਂ ਪਲੀਜ਼ ਪੜ੍ਹ ਕੇ ਆਇਆ ਕਰੋ। ਕੰਪਿਊਟਰ ਦੇ ਵਿੱਚ ਵੀ ਜਿੰਨਾ ਮੈਂ ਪੜਾਉਣਾ ਉਹਨਾਂ ਪੜ੍ਹ ਕੇ ਆਓ। ਅੱਜ ਮੈਂ ਤੁਹਾਨੂੰ ਕੱਲ ਭੇਜ ਦੂੰਗਾ ਸਲਾਈਡਾਂ ਸਾਰੀਆਂ, ਠੀਕ ਹੈ ਨਾ। ਮੈਥਸ ਵਿੱਚ ਵੀ ਪੜ੍ਹ ਕੇ ਆਇਆ ਕਰੋ, ਰੀਜ਼ਨਿੰਗ ਵਿੱਚ ਵੀ ਪੜ੍ਹ ਕੇ ਆਇਆ ਕਰੋ। ਓਕੇ ਜੀ, ਸਾਰੇ ਬੱਚਿਆਂ ਨੂੰ ਧੰਨਵਾਦ, ਸਾਰੇ ਬੱਚਿਆਂ ਨੂੰ। ਸੋ ਤੁਹਾਡੀ ਜਿਹੜੀ ਬੈਸਟ ਵਿਸ਼ਿਸ ਨੇ ਉਹਨਾਂ ਨੂੰ ਮੈਂ ਸਵੀਕਾਰ ਕਰਦਾ ਵਾਂ। ਸਾਰਿਆਂ ਨੂੰ ਮੇਰੇ ਵੱਲੋਂ ਥੈਂਕ ਯੂ, ਔਰ ਮਿਲਦੇ ਹਾਂ ਪਰਸੋਂ ਆਪਾਂ ਨਵੇਂ ਸੈਸ਼ਨ ਦੇ ਵਿੱਚ, ਠੀਕ ਹੈ ਜੀ। ਓਕੇ ਆਲ ਆਫ ਯੂ, ਸਾਰਿਆਂ ਨੂੰ ਥੈਂਕਸ ਟੂ ਆਲ। ਔਰ ਸਭ ਤੋਂ ਵੱਡੀ ਗੱਲ ਗਾਈਜ਼, ਦੇਖੋ ਜਿਹੜਾ ਪੰਜਾਬ ਸਟੱਡੀ ਗਰੁੱਪ ਹੈ ਉਹ ਤੁਹਾਡੇ ਵਾਸਤੇ ਦੇਖੋ ਕਿੰਨਾ ਮਤਲਬ ਕਿੰਨੀ ਤੁਹਾਡੀ ਕੇਅਰ ਕਰ ਰਿਹਾ ਹੈ। ਬਟ ਫਿਰ ਵੀ ਜੇ ਆਪਾਂ ਉਹਨਾਂ ਨੂੰ ਆਊਟਪੁੱਟ ਨਹੀਂ ਦੇਵਾਂਗੇ ਨਾ, ਰਿਜ਼ਲਟ ਨਹੀਂ ਦੇਵਾਂਗੇ, ਤਾਂ ਫਿਰ ਉਹਨਾਂ ਦਾ ਇੰਨਾ ਕਰਨ ਦਾ ਕੋਈ ਮਤਲਬ ਨਹੀਂ ਬਣੇਗਾ। ਫਿਰ ਬਾਅਦ ਵਿੱਚ ਫਿਰ ਉਹਨਾਂ ਦਾ ਵੀ ਮਨ ਹਾਰ ਜਾਏਗਾ ਵੀ ਅਸੀਂ ਬੱਚਿਆਂ ਵਾਸਤੇ ਇੰਨਾ ਕੁਛ ਕੀਤਾ, ਲੇਕਿਨ ਬੱਚੇ ਸਾਡੇ ਵਾਸਤੇ ਬਿਲਕੁਲ ਵੀ ਨਹੀਂ ਕਰ ਪਾਏ, ਠੀਕ ਹੈ ਨਾ। ਗੌਰਵ ਜੀ, ਆਪਣੀ ਜਿਹੜੀ ਰੀਜ਼ਨਿੰਗ ਹੈ ਉਹ ਕੰਪਲੀਟ ਵਿਦ ਇਨ 7 ਜਾਂ 8 ਡੇਜ਼ ਜੇ ਮੰਨ ਕੇ ਚੱਲਦਾ ਮੈਂ ਪੰਜਾਬ ਪੁਲਿਸ ਵਾਲੀ ਤਾਂ। ਬਟ ਪਹਿਲਾਂ ਮੈਨੂੰ ਜੇਲ੍ਹ ਵਾਰਡਨ ਵਾਲਾ ਸਿਲੇਬਸ ਕਰਾਉਣਾ, ਇਸ ਕਰਕੇ ਪਹਿਲਾਂ ਜੇਲ੍ਹ ਵਾਰਡਨ ਵਾਲੇ ਚੱਲਾਂਗੇ ਆਪਾਂ, ਠੀਕ ਹੈ ਨਾ, ਫਿਰ ਪੰਜਾਬ ਪੁਲਿਸ ਵਾਲੀ ਕਰਾਵਾਂਗੇ। ਓਕੇ ਜੀ ਸਾਰੇ ਬੱਚਿਆਂ ਨੂੰ।